Hello students, how are you? Welcome to your botany lecture. Beta, we have started photosynthesis. In photosynthesis, today we will read cyclic and non-cyclic photophosphorylation. ਹੁਣ ਸਾਈਕਲਿਕ ਔਰ ਨਾਨ ਸਾਈਕਲਿਕ ਫੋਟੋਫੋਸਫੋਰੀਲੇਸ਼ਨ ਦੇਖਣ ਤੋਂ ਪਹਿਲਾਂ ਆਪਾਂ ਪਿਛਲੇ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਫੋਟੋਸਿੰਥੇਸਿਸ ਦੇ ਵਿੱਚ ਦੋ ਤਰ੍ਹਾਂ ਦੀ ਰਿਐਕਸ਼ਨਸ ਹੁੰਦੀ ਹੈ, ਲਾਈਟ ਰਿਐਕਸ਼ਨ ਐਂਡ ਡਾਰਕ ਰਿਐਕਸ਼ਨ। ਡਾਰਕ ਰਿਐਕਸ਼ਨ ਜਿਹੜੀ ਆ ਉਹ ਕਲੋਰੋਪਲਾਸਟ ਦੇ ਸਟ੍ਰੋਮਾ ਪਾਰਟ ਦੇ ਵਿੱਚ ਹੁੰਦੀ ਹੈ, ਜਦਕਿ ਲਾਈਟ ਰਿਐਕਸ਼ਨ ਜਿਹੜੀ ਆ ਕਲੋਰੋਪਲਾਸਟ ਦੇ ਥਾਈਲੇਕੋਇਡ ਮੈਂਬਰੇਨ ਦੇ ਵਿੱਚ ਹੁੰਦੀ ਆ ਜਾਂ ਗ੍ਰੈਨਮ ਦੇ ਵਿੱਚ ਹੁੰਦੀ ਆ। ਹੁਣ ਲਾਈਟ ਰਿਐਕਸ਼ਨ ਇਹਨੂੰ ਫੋਟੋਕੈਮੀਕਲ ਰਿਐਕਸ਼ਨ ਵੀ ਕਹਿ ਦਿੰਦੇ ਆ, ਥਾਈਲੇਕੋਇਡ ਮੈਂਬਰੇਨ ਦੇ ਵਿੱਚ ਹੁੰਦੀ ਆ ਅਤੇ ਇਹ ਟੋਟਲੀ ਡਿਪੈਂਡੈਂਟ ਔਨ ਲਾਈਟ ਹੁੰਦੀ ਆ। ਫਰਜ਼ ਕਰ ਲਓ ਸਨਲਾਈਟ ਨਹੀਂ ਹੈਗੀ ਤਾਂ ਵੀ ਅਗਰ ਤੁਸੀਂ ਆਰਟੀਫਿਸ਼ੀਅਲ ਜਿੰਨੀ ਵੇਵਲੈਂਥ ਇਹਨੂੰ ਚਾਹੀਦੀ ਅਗਰ ਉਨੀ ਵੇਵਲੈਂਥ ਦੀ ਲਾਈਟ ਪ੍ਰੋਵਾਈਡ ਕਰ ਦਿੰਦੇ ਆ ਤਾਂ ਜਿਹੜਾ ਲਾਈਟ ਰਿਐਕਸ਼ਨ ਹੈ ਉਹ ਕੰਪਲੀਟ ਹੋ ਜਾਂਦੀ ਆ। ਹੁਣ ਲਾਈਟ ਰਿਐਕਸ਼ਨ ਕੰਪਲੀਟ ਹੋਣ ਲਈ ਕੁਛ ਰॉ ਮਟੀਰੀਅਲਸ ਚਾਹੀਦੇ ਹੁੰਦੇ ਆ। ਉਹ ਰॉ ਮਟੀਰੀਅਲਸ ਹਨ ਪਿਗਮੈਂਟਸ, ਕਲੋਰੋਫਿਲ ਪਿਗਮੈਂਟਸ, A, B, ਵਾਟਰ ਅਤੇ ਸਨਲਾਈਟ। ਇਹ ਤੋਂ ਬਿਨਾਂ ਲਾਈਟ ਰਿਐਕਸ਼ਨ ਜਿਹੜੀ ਆ ਉਹ ਕੰਪਲੀਟ ਨਹੀਂ ਹੁੰਦੀ। ਹੁਣ ਲਾਈਟ ਰਿਐਕਸ਼ਨ ਜਿਹੜੀ ਆ ਉਹ 3 ਸਟੈਪਸ ਦੇ ਵਿੱਚ ਕੰਪਲੀਟ ਹੁੰਦੀ ਆ। ਫਸਟ ਸਟੈਪ ਜਿਹੜਾ ਬੇਟਾ ਐਕਸਾਈਟੇਸ਼ਨ ਆਫ ਕਲੋਰੋਫਿਲ। ਜਿੱਦਾਂ ਹੁਣ ਇੱਥੇ ਮੈਂ ਮਾੜਾ ਜਿਹਾ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਥੋੜ੍ਹਾ ਜਿਹਾ ਦੱਸਿਆ ਸੀਗਾ ਕਿ ਜਦੋਂ ਸਨਲਾਈਟ ਮਿਲਦੀ ਆ ਅਤੇ ਇੱਥੇ ਜਿਹੜੇ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਉਹ ਲਾਈਟ ਐਨਰਜੀ ਲੈ ਕੇ ਐਕਸਾਈਟ ਕਰ ਜਾਂਦੇ ਆ ਜਾਂ ਗਰਾਊਂਡ ਸਟੇਟ ਤੋਂ ਐਕਸਾਈਟਿਡ ਸਟੇਟ ਵਿੱਚ ਚੱਲ ਜਾਂਦੇ ਆ। ਅਤੇ ਇਹਨੂੰ ਅਸੀਂ ਐਕਸਾਈਟੇਸ਼ਨ ਆਫ ਕਲੋਰੋਫਿਲ ਕਹਿ ਸਕਦੇ ਹਾਂ ਕਿਉਂਕਿ ਇੱਥੇ ਕਲੋਰੋਫਿਲ ਪਿਗਮੈਂਟ ਪ੍ਰੈਜ਼ੈਂਟ ਹੈ, ਕਲੋਰੋਫਿਲ A। ਦੈਨ ਇਜ਼ ਫੋਟੋਲਿਸਿਸ ਆਫ ਵਾਟਰ। ਹੁਣ ਇੱਥੇ ਵਾਟਰ ਟੁੱਟਦਾ ਆ, ਇਸ 'ਚ ਨਹੀਂ, ਚਲੋ ਅੱਗੇ ਆਪਾਂ ਦੇਖਦੇ ਹਾਂ। ਫੋਟੋਲਿਸਿਸ ਆਫ ਵਾਟਰ ਵੀ ਹੁੰਦਾ ਆ ਦੈਨ ਲਾਈਟ ਰਿਐਕਸ਼ਨ ਦੇ ਵਿੱਚ। ਦੈਨ ਥਰਡ ਇਜ਼ ਫੋਟੋਫੋਸਫੋਰੀਲੇਸ਼ਨ। ਫੋਟੋਫੋਸਫੋਰੀਲੇਸ਼ਨ ਮਤਲਬ NADP ਪਲੱਸ H ਪਲੱਸ ਤੋਂ NADPH2 ਬਣਨਾ। ਇਹਨੂੰ ਅਸੀਂ ਕਹਿੰਦੇ ਰਿਡਿਊਸਡ ਹੋਣਾ ਜਾਂ ਰਿਡਿਊਸਿੰਗ ਪ੍ਰੋਡਕਟਸ ਬਣਨੇ, ਰਿਡਿਊਸਿੰਗ ਏਜੰਟਸ ਬਣਨੇ, ਇਹਨੂੰ ਅਸੀਂ ਕਹਿੰਦੇ ਹਾਂ ਫੋਟੋਫੋਸਫੋਰੀਲੇਸ਼ਨ। ਹੁਣ ਐਕਸਾਈਟੇਸ਼ਨ ਆਫ ਕਲੋਰੋਫਿਲ ਇਹ ਅਸੀਂ ਦੇਖ ਲਿਆ ਆ ਔਰ ਫੋਟੋਲਿਸਿਸ ਆਫ ਵਾਟਰ ਵੀ ਤੁਹਾਨੂੰ ਪਤਾ ਆ ਨਾਮ ਤੋਂ। ਅਤੇ ਫੋਟੋਫੋਸਫੋਰੀਲੇਸ਼ਨ 'ਤੇ ਮੇਨ ਫੋਕਸ ਹੈ ਸਾਡਾ। ਫੋਟੋਫੋਸਫੋਰੀਲੇਸ਼ਨ ਦੋ ਤਰ੍ਹਾਂ ਦੇ ਹੁੰਦੇ ਆ, ਸਾਈਕਲਿਕ ਅਤੇ ਨਾਨ ਸਾਈਕਲਿਕ। ਹੁਣ ਸਭ ਤੋਂ ਪਹਿਲਾਂ ਇਨ ਸ਼ਾਰਟ ਆਪਾਂ ਦੇਖ ਲਈਏ ਕਿ ਐਕਸਾਈਟੇਸ਼ਨ ਆਫ ਕਲੋਰੋਫਿਲ ਕੀ ਹੁੰਦਾ ਆ। ਜਦੋਂ ਕੁਆਂਟਮ ਆਫ ਲਾਈਟ ਫੋਟੋ ਸਿਸਟਮ 680 ਨੂੰ ਕੁਆਂਟਮ ਆਫ ਲਾਈਟ ਮਿਲਦੀ ਆ ਤਾਂ ਫਿਰ ਉਹ ਉੱਥੇ ਜਿਹੜੇ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ ਉਹ ਇੱਕਦਮ ਗਰਾਊਂਡ ਸਟੇਟ ਤੋਂ ਐਕਸਾਈਟਿਡ ਸਟੇਟ 'ਚ ਪਹੁੰਚ ਜਾਂਦੇ ਆ। ਤਾਂ ਇਹ ਜਿਹੜਾ ਐਕਸਾਈਟ ਹੋਣਾ ਕਲੋਰੋਫਿਲ ਦਾ, ਦਿਸ ਇਜ਼ ਨੋਨ ਐਜ਼ ਐਕਸਾਈਟੇਸ਼ਨ। ਦੈਨ ਇਜ਼ ਫੋਟੋਲਿਸਿਸ ਆਫ ਵਾਟਰ। ਇਹ ਨਾਮ ਤੋਂ ਹੀ ਕਲੀਅਰ ਹੈ ਵੀ ਕਿ ਪਾਣੀ ਦਾ ਡਿਸੋਸ਼ੀਏਟ ਹੋਣਾ, ਟੁੱਟਣਾ। ਸਭ ਤੋਂ ਪਹਿਲਾਂ ਇਹ ਇੰਪੋਰਟੈਂਟ ਆ, ਵੌਨ ਨੀਲ ਅਤੇ ਹਿੱਲ ਨੇ। ਵੌਨ ਨੀਲ ਅਲੱਗ ਸਾਇੰਟਿਸਟ ਸੀਗੇ, ਹਿੱਲ ਅਲੱਗ ਸੀਗੇ, R. ਹਿੱਲ। ਇਹਨਾਂ ਨੇ ਸਭ ਤੋਂ ਪਹਿਲਾਂ ਇਹ ਪ੍ਰੋਸੈਸ ਫੋਟੋਲਿਸਿਸ ਆਫ ਵਾਟਰ ਜਿਹੜਾ ਉਹ ਦੱਸਿਆ ਸੀਗਾ ਕਿ ਪਾਣੀ ਜਿਹੜਾ ਹੈ ਉਹ ਡਿਸੋਸ਼ੀਏਟ ਹੁੰਦਾ ਆ ਔਰ ਇਹਦੇ ਤੋਂ ਹਾਈਡਰੋਜਨ ਔਰ ਆਕਸੀਜਨ ਆਇਨਸ ਜਿਹੜੇ ਉਹ ਬਾਹਰ ਨਿਕਲਦੇ ਆ। ਦੈਨ ਇਸ ਹੁਣ ਜਿਹੜੀ ਅਸੀਂ ਮੇਨ ਗੱਲ ਕਰਨੀ ਆ, ਮੇਨ ਗੱਲ ਹੈਗੀ ਆ ਜਿਹੜਾ ਆਪਣਾ ਸਾਈਕਲਿਕ ਫੋਟੋਫੋਸਫੋਰੀਲੇਸ਼ਨ। ਸਾਈਕਲਿਕ ਫੋਟੋਫੋਸਫੋਰੀਲੇਸ਼ਨ ਦੇ ਵਿੱਚ ਬੇਟਾ ਸਭ ਤੋਂ ਪਹਿਲਾਂ ਕੀ ਹੁੰਦਾ ਆ, ਜੇ ਅਸੀਂ ਸਾਈਕਲਿਕ ਮਤਲਬ ਸਾਈਕਲ ਕੰਪਲੀਟ, ਠੀਕ ਹੈ। ਦੋ ਤਰ੍ਹਾਂ ਦੀ ਹੁੰਦੀ ਆ ਫੋਟੋਫੋਸਫੋਰੀਲੇਸ਼ਨ, ਸਾਈਕਲਿਕ ਅਤੇ ਨਾਨ ਸਾਈਕਲਿਕ। ਸਾਈਕਲਿਕ ਮਤਲਬ ਸਾਈਕਲ ਕੰਪਲੀਟ, ਨਾਨ ਸਾਈਕਲਿਕ ਮਤਲਬ ਸਾਈਕਲ ਜਿਹੜਾ 'ਚ ਨਹੀਂ ਕੰਪਲੀਟ ਹੁੰਦਾ ਹੈਗਾ। ਅਤੇ ਫੋਟੋਫੋਸਫੋਰੀਲੇਸ਼ਨ ਹੁਣ ਇਹਦੇ ਵਿੱਚ ਸਮਝਣ ਦੀ ਕੀ ਗੱਲ ਆ, ਇਹਦਾ ਮਤਲਬ ਹੁੰਦਾ ਆ
एक तो सिंथेसिस ऑफ ATP फ्रॉम ADP ते इनऑर्गेनिक फॉस्फेट, ठीक है, इन द प्रेजेंस ऑफ लाइट इन क्लोरोप्लास्ट, इनू असी कहने फोटोफॉस्फोरिलेशन। की मीनिंग है फोटोफॉस्फोरिलेशन दा? सिंथेसिस ऑफ ATP फ्रॉम ADP ते इनऑर्गेनिक फॉस्फेट इन क्लोरोप्लास्ट। और इनू सब तो पहला डिस्कवर किया सी, ये इंपॉर्टेंट है, डिस्कवर्ड बाय अर्नन एट ऑल 1954, ठीक है, अर्नन एट ऑल 1954। हुण असी साइक्लिक फोटोफॉस्फोरिलेशन देखते हैं। साइक्लिक फोटोफॉस्फोरिलेशन दे विच ਇਹਦੇ ਵਿੱਚ बेटा की हुंदा आ, इलैक्ट्रॉन जिहड़ा आ एक्सपैल्ड बाय द एक्साइटेड फोटो सेंटर। तो सिंपली तुसी इत्थे कंसनट्रेट करना आ फोटो सिस्टम 1 आ, ठीक है। फोटो सिस्टम 1 जिहड़ा आ 680 नैनोमीटर नहीं सॉरी 700 नैनोमीटर वेवलेंथ ते लाइट जिहड़ी है एब्जॉर्ब करता है, ठीक है। फोटो सिस्टम 1 जिहड़ा आ 700 नैनोमीटर वेवलेंथ ते लाइट एब्जॉर्ब करता है। पहला तो ये चीज़ ध्यान रखनी है। हुण बेटा फोटो सिस्टम 1 की आ, फोटो सिस्टम 1 दे सेंटर दे विच रिएक्शन सेंटर हुंदा आ, जिथे क्लोरोफिल A प्रेजेंट हुंदा आ। ਇਹਦੇ आले दुआले क्लोरोफिल पिगमेंट्स प्रेजेंट हुंदे आ। ਇਹ क्लोरोफिल पिगमेंट्स डिफरेंट वेवलेंथ ਦੀ लाइट ਨੂੰ ਐਬਜ਼ੌਰਬ ਕਰਦੇ ਆ ਤੇ ਸਾਰੇ ਇਹ क्लोरोफिल पिगमेंट्स प्लस लाइट हार्वेस्टिंग कंपाउंड्स ਇਹਦੇ आले दुआले प्रेजेंट ਹੁੰਦੇ ਆ। तो ये सारे पिगमेंट्स प्लस लाइट हार्वेस्टिंग कंपाउंड्स सनलाइट दी लाइट नू एब्जॉर्ब करके सारी लाइट किहनू दे देंदे, इस रिएक्शन सेंटर नू दे देंदे आ। हुण इस रिएक्शन सेंटर दे विच जिहड़ा इलैक्ट्रॉन प्रेजेंट हुंदा आ, वो इलैक्ट्रॉन लाइट एनर्जी मतलब उन्होंने ज़्यादा खुशी मिल जाती है, ज़्यादा एनर्जी मिल जाती है, तो खुश होके वो ग्राउंड स्टेट तो एक्साइटेड स्टेट च पहुँच जाता है या जंप कर जाता है। हुण इत्थे प्रेजेंट हुंदा है प्राइमरी इलैक्ट्रॉन एक्सेप्टर। तो ये इलैक्ट्रॉन नू किहने एक्सेप्ट कर लेना है? प्राइमरी इलैक्ट्रॉन एक्सेप्टर FRS। हुण ये FRS जिहड़ा आ इहने इलैक्ट्रॉन नू जदों इलैक्ट्रॉन एक्साइट होना है तो उस वेले एनर्जी जिहड़ी आ बाहर लूज होनी है, एनर्जी बाहर निकलनी है। उही एनर्जी जिहड़े नवे प्रोडक्ट्स बनाने च यूज़ हुंदे आ, ये आपां पिछले वीडियो च भी देखिया सी। हुण कुछ आपां देखिया सीगा कि इलैक्ट्रॉन मोबाइल कैरियर्स प्रेजेंट हुंदे आ जिहड़े कि इलैक्ट्रॉन नू अगे कैरी करन च ते पास ऑन करन च हैल्प करदे टू अदर कंपाउंड्स। तो FRS तो फेरेडॉक्सिन इलैक्ट्रॉन लैंदा आ ते अगे इलैक्ट्रॉन नू शिफ्ट कर दिंदा आ। हुण फेरेडॉक्सिन तो इलैक्ट्रॉन जिहड़ा आ साइटोक्रोम B6F ये कंपलैक्स दे विच भेज दिंदा है या ये कंपलैक्स नू दे दिंदा है इलैक्ट्रॉन। इन द मीन टाइम की होना है साइटोक्रोम B6F कंपलैक्स जिहड़ा हैगा आ इहने इत्थे जिहड़ी इलैक्ट्रॉन मूव करन च या इलैक्ट्रॉन एक्साइट करन च या मूव करन च जिहड़ी एनर्जी बाहर निकलदी है, लॉस ऑफ एनर्जी हुंदा आ। हुण वो एनर्जी किते तां यूज़ होनी है, तो ये साइटोक्रोम B कंपलैक्स जिहड़ा आ B6F कंपलैक्स जिहड़ा आ वो एनर्जी दे दिंदा आ ADP नू। ADP कौन आ? एडिनोसिन डाईफॉस्फेट। इन्हें और ADP ने की करना है उस एनर्जी की हैल्प नाल अपने नाल एक फॉस्फेट इनऑर्गेनिक फॉस्फेट जोड़ना है। वो इनऑर्गेनिक फॉस्फेट जुड़ के ADP जिहड़ा आ चेंज हो जाना टू ATP। तो कुल मिला के असी ये कह सकते हैं कि जदों इलैक्ट्रॉन भी मूव हो रहे आ तो इलैक्ट्रॉन दे मूव होने नाल
एक्साइट होने नाल जिहड़ी एनर्जी बाहर निकली सी वो एनर्जी साइटोक्रोम B6F ਕੰਪਲੈਕਸ ਜਿਹੜਾ ਆ ADP ਨੂੰ ਦੇ ਦਿੰਦਾ ਆ। ADP ਉਸ એનર્ਜੀ ਦੇ ਨਾਲ ਆਪਣੇ ਨਾਲ ਇਨਆਰਗੈਨਿਕ ਫਾਸਫੇਟ ਜੋੜ ਕੇ ATP 'ਚ ਚੇਂਜ ਹੋ ਜਾਂਦਾ ਹੈ ਜਾਂ ATP ਬਣਾ ਲੈਂਦਾ ਆ। ਤਾਂ ਸਾਨੂੰ ATP ਚਾਹੀਦਾ ਸੀ, ਸਾਨੂੰ ਮਤਲਬ ਪਲਾਂਟਸ ਨੂੰ ATP ਹੀ ਚਾਹੀਦਾ ਸੀਗਾ ਆਪਣੇ ਸਾਈਕਲ ਨੂੰ ਕੰਪਲੀਟ ਕਰਨ ਲਈ। ਤੇ ATP ਵੀ ਬਣ ਗਿਆ ਤੇ ਫਿਰ ਜਿਹੜਾ ਸਾਈਟੋਕ੍ਰੋਮ B6F ਕੰਪਲੈਕਸ ਆ ਇਹਦੇ ਤੋਂ ਪਲਾਸਟੋਸਾइनिन ਜਿਹੜਾ ਮੋਬਾਈਲ ਕੈਰੀਅਰ ਆ ਇਲੈਕਟ੍ਰੋਨ ਮੋਬਾਈਲ ਕੈਰੀਅਰ ਇਹਨੇ ਇਲੈਕਟ੍ਰੋਨ ਲੈਣਾ ਆ ਤੇ ਇਹ ਇਲੈਕਟ੍ਰੋਨ ਜਿਹੜਾ ਆ ਫਿਰ ਤੀ ਫੋਟੋ ਸਿਸਟਮ 1 ਦੇ ਅੰਦਰ ਚਲ ਜਾਣਾ। ਹੁਣ ਕਿਉਂ ਚਲੇ ਜਾਣਾ ਆ? ਕਿਉਂਕਿ ਜਦੋਂ ਲਾਈਟ ਐਨਰਜੀ ਲੈ ਕੇ ਇਲੈਕਟ੍ਰੋਨ ਜੰਪ ਕੀਤਾ ਸੀ ਤਾਂ ਇੱਥੇ ਇਹਦੀ ਜਗ੍ਹਾ ਜਿਹੜੀ ਆ ਉਹ ਬਚੀ ਹੋਈ ਸੀਗੀ ਤਾਂ ਉਹ ਆਪਣੀ ਜਗ੍ਹਾ 'ਤੇ ਵਾਪਸ ਆ ਕੇ ਫਿਕਸ ਹੋ ਜਾਂਦਾ ਆ। ਹੁਣ ਇਲੈਕਟ੍ਰੋਨ ਜੰਪ ਕੀਤਾ, ਮੂਵ ਕੀਤਾ, ATP ਵੀ ਬਣ ਗਿਆ ਤੇ ਇਹ ਵਾਪਸ ਆਪਣੀ ਜਗ੍ਹਾ 'ਤੇ ਆ ਕੇ ਫਿਕਸ ਹੋ ਗਿਆ। ਇਹਨੂੰ ਅਸੀਂ ਕਹਿੰਦੇ ਤਾਂ ਅਸੀਂ ਇਹਨੂੰ ਕਿਹਾ ਆ ਕਿ ਸਾਈਕਲਿਕ ਫਾਸਫੋਰਿਲੇਸ਼ਨ ਕਿ ਮਤਲਬ ਇਲੈਕਟ੍ਰੋਨ ਆਪਣੀ ਜਗ੍ਹਾ ਤੋਂ ਮੂਵ ਕੀਤਾ ਤੇ ਆਪਣੀ ਜਗ੍ਹਾ 'ਤੇ ਹੀ ਵਾਪਸ ਆ ਗਿਆ। ਉਹਨੂੰ ਅਸੀਂ ਕਹਿੰਦੇ ਆ ਸਾਈਕਲਿਕ ਫੋਟੋਫਾਸਫੋਰਿਲੇਸ਼ਨ। ਤੇ ਹੁਣ ਬੇਟਾ ਸਾਈਕਲਿਕ ਫੋਟੋਫਾਸਫੋਰਿਲੇਸ਼ਨ ਜਿਹੜਾ ਆ ਇਹਦੇ ਵਿੱਚ ਅਸੀਂ ਜੇ ਡਿਫਰੈਂਸ ਦੇਖਣਾ ਹੈ, ਨੌਨ ਸਾਈਕਲਿਕ ਵੀ ਪੜ੍ਹਾਂਗੇ ਤਾਂ ਤੁਸੀਂ ਦੇਖੋ ਕਿ ਕਿਤੇ ਵੀ ਆਕਸੀਜਨ ਜਿਹੜਾ ਅਸੀਂ ਪੜ੍ਹਦੇ ਸੀਗੇ ਕਿ ਫੋਟੋਸਿੰਥੇਸਿਸ ਰਿਐਕਸ਼ਨ ਦੇਖੇ ਸੀਗੇ ਕਿ ਬਾਈ ਪ੍ਰੋਡਕਟ ਆਕਸੀਜਨ ਬਣਦਾ, ਕਿਤੇ ਵੀ ਇਸ ਸਾਈਕਲ ਦੇ ਵਿੱਚ ਬਾਈ ਪ੍ਰੋਡਕਟ ਆਕਸੀਜਨ ਨਹੀਂ ਬਣਿਆ। ਫਿਰ NADP + H+ ਆਇਨ ਦਾ ਜੁੜ ਕੇ NADPH2 ਨਹੀਂ ਬਣਿਆ ਇੱਥੇ। ਫੋਟੋਲਿਸਿਸ ਆਫ ਵਾਟਰ ਦੀ ਵੀ ਕਿਤੇ ਗੱਲ ਨਹੀਂ ਆਈ ਹੈਗੀ, ਫੋਟੋਲਿਸਿਸ ਆਫ ਵਾਟਰ ਵੀ ਨਹੀਂ ਹੋਇਆ। ਤੇ ਜੇ ਤੁਹਾਨੂੰ ਡਿਫਰੈਂਸ ਪੁੱਛਿਆ ਤਾਂ ਤੁਸੀਂ ਇੱਥੋਂ ਦੱਸ ਸਕਦੇ ਆ ਕਿ ਨੌਨ ਸਾਈਕਲਿਕ 'ਚ ਆ ਹੁੰਦਾ ਹੈ ਫੋਟੋਲਿਸਿਸ ਆਫ ਵਾਟਰ, ਆਕਸੀਜਨ ਇਵੋਲਿਊਸ਼ਨ ਤੇ NADPH ਜਿਹੜਾ ਉਹ ਰਿਡਿਊਸਡ ਹੋ ਕੇ NADPH2 ਬਣਾਉਂਦਾ, ਰਿਡਿਊਸਿੰਗ ਏਜੰਟ ਆ। ਬਸ ਸਾਈਕਲਿਕ ਫੋਟੋਫਾਸਫੋਰਿਲੇਸ਼ਨ ਦੇ ਵਿੱਚ ਹੋਇਆ ਕਿ ATP ਬਣਿਆ, ਯੈਸ ਬਣ ਗਿਆ ਹੈ ਨਾ। ਤੇ ਇਹ ਜਿਹੜਾ ਰਿਐਕਸ਼ਨ ਆ ਜਾਂ ਫੋਸਫੋਰਿਲੇਸ਼ਨ ਆ ਇਹ ਸਿਰਫ ਔਰ ਸਿਰਫ ਫੋਟੋ ਸਿਸਟਮ 1 ਦੇ ਵਿੱਚ ਹੁੰਦਾ ਹੈ, 2 ਦੇ ਵਿੱਚ ਨਹੀਂ ਹੁੰਦਾ। ਦੇਖਿਆ ਕਿਤੇ 2 ਨੋ। ਤੇ ਇਹ ਸੀਗਾ ਸਾਈਕਲਿਕ ਫੋਟੋਫਾਸਫੋਰਿਲੇਸ਼ਨ। ਫਿਰ ਅਸੀਂ ਜੇ ਗੱਲ ਕਰੀਏ ਨੌਨ ਸਾਈਕਲਿਕ, ਸਾਈਕਲਿਕ ਦਾ ਤਾਂ ਮੀਨਿੰਗ ਤੁਹਾਨੂੰ ਸਮਝ ਆ ਗਿਆ ਹੋਣਾ। ਹੁਣ ਅਸੀਂ ਦੇਖਦੇ ਹਾਂ ਨੌਨ ਸਾਈਕਲਿਕ ਫੋਟੋਫਾਸਫੋਰਿਲੇਸ਼ਨ। ਨੌਨ ਸਾਈਕਲਿਕ ਫੋਟੋਫਾਸਫੋਰਿਲੇਸ਼ਨ ਦੇ ਵਿੱਚ ਬੇਟਾ ਕੀ ਹੁੰਦਾ ਆ? ਹਾਂ ਦੇਖੋ ਪ੍ਰੋਸੈਸ ਸਾਰਾ ਸੇਮ ਆ। ਇਹਦੇ ਵਿੱਚ ਹੁਣ ਆਪਾਂ ਫੋਟੋਲਿਸਿਸ ਆਫ ਵਾਟਰ ਵੀ ਹੋਣਾ ਆ ਤਾਂ ਦੇਖੋ ਇੱਥੇ ਵਾਟਰ ਜਿਹੜਾ ਆ ਟੁੱਟ ਗਿਆ ਤੇ ਟੁੱਟਣ ਨਾਲ ਇਹਦੇ ਤੋਂ ਆਕਸੀਜਨ ਵੀ ਲਿਬਰੇਟ ਹੋਈ ਤੇ 4 ਹਾਈਡਰੋਜਨ ਆਇਨਸ ਵੀ ਲਿਬਰੇਟ ਹੋਏ, ਠੀਕ ਹੈ। ਔਰ ਇੱਕ ਤਾਂ ਫੋਟੋਲਿਸਿਸ ਆਫ ਵਾਟਰ ਆਪਾਂ ਦੇਖਿਆ ਸੀ। ਫਿਰ ਪਹਿਲਾਂ ਆਪਾਂ ਮੇਨ ਚੀਜ਼ ਜਿਹੜੀ ਆਪਾਂ ਡਿਫਰੈਂਸ ਦੀ ਦੇਖ ਰਹੇ ਸੀ ਆ NADP+ ਤੇ ਇੱਥੋਂ ਆਹ ਵਾਲਾ ਜਿਹੜਾ ਇਹਦਾ ਹਾਈਡਰੋਜਨ ਸੀਗਾ ਇੱਥੇ ਉਹਦੇ ਨਾਲ ਜੁੜ ਕੇ NADPH2 ਵੀ ਬਣ ਗਿਆ, ਇਹ ਰਿਡਿਊਸਿੰਗ ਏਜੰਟ ਬਣ ਗਿਆ ਹੈ ਨਾ। ਤੇ ATP ਤਾਂ ਇਹਦੇ ਵਿੱਚ ਬਣਨਾ ਹੀ ਆ। ਔਰ ਇਹ ਜਿਹੜਾ ਸਿਸਟਮ ਆ ਦੇਖੋ ਫੋਟੋ ਸਿਸਟਮ 1 'ਚ ਵੀ ਹੋ ਰਿਹਾ ਆ ਤੇ ਫੋਟੋ ਸਿਸਟਮ 2 'ਚ ਵੀ ਹੋ ਰਿਹਾ ਆ। ਪ੍ਰੋਸੈਸ ਸਾਰਾ ਸੇਮ ਆ। ਹੁਣ ਉਹੀ ਆ, ਇਲੈਕਟ੍ਰੋਨ ਦਾ ਮੂਵਮੈਂਟ ਹੋ ਗਿਆ, ATP ਬਣ ਗਿਆ, NADP ਨੇ ਇੱਥੋਂ ਹਾਈਡਰੋਜਨ ਆਇਨ ਲੈ ਕੇ NADPH2 ਬਣ ਗਿਆ ਜਾਣੀ ਕਿ ਰਿਡਿਊਸਿੰਗ ਏਜੰਟ ਹੋ ਗਿਆ। ਬਸ ਇਹਨੂੰ ਨੌਨ ਸਾਈਕਲਿਕ ਕਿਉਂ ਕਹਿੰਦੇ ਆ? ਇਹ ਨੌਨ ਸਾਈਕਲਿਕ ਜਿੱਦਾਂ ਹੁਣ ਲਾਈਟ ਫੋਟੋ ਸਿਸਟਮ 2 ਨੇ ਲਾਈਟ ਐਬਜ਼ੋਰਬ ਕੀਤੀ, ਇਲੈਕਟ੍ਰੋਨਸ ਜਿਹੜੇ ਆ ਉਹ ਮੂਵ ਕੀਤੇ, ਪ੍ਰਾਇਮਰੀ ਅਸੈਪਟਰ ਨੇ ਇਲੈਕਟ੍ਰੋਨ ਨੂੰ ਅਸੈਪਟ ਕੀਤਾ, ਇਲੈਕਟ੍ਰੋਨ ਜਿਹੜੇ ਕੈਰੀਅਰ ਸੀਗੇ ਮੋਬਾਈਲ ਕੈਰੀਅਰ ਉਹਨਾਂ ਨੇ ਅੱਗੇ ਸ਼ਿਫਟ ਕਰਤਾ ਕਿਊਨੋਨ ਤੋਂ ਫਿਓਫਾਈਟਿਨ ਨੇ ਲਿਆ, ਪਲਾਸਟੋਕਿਊਨੋਨ ਨੂੰ ਦੇ ਦਿੱਤੇ ਇਲੈਕਟ੍ਰੋਨ। ਫਿਰ ਇਹਨਾਂ ਨੇ ਸਾਈਟੋਕ੍ਰੋਮ B6F ਕੰਪਲੈਕਸ ਨੂੰ ਦੇ ਦਿੱਤੇ
ਇਹਨਾਂ ਨੇ ਜਿਹੜੀ એનર્ਜੀ ਨਿਕਲੀ ਸੀ ਉਹ ADP ਨੇ ਇਨਆਰਗੈਨਿਕ ਫਾਸਫੇਟ ਨਾਲ ਜੋੜ ਕੇ ATP ਬਣਾ ਲਿਆ, ਤੇ ਜਿਹੜਾ ਇਲੈਕਟ੍ਰੋਨ ਇੱਥੋਂ ਨਿਕਲਿਆ ਉਹ ਫੇਰ ਤੇ ਪਲਾਸਟੋਸਾਈਨਿਨ ਨੇ ਲੈ ਕੇ ਹੁਣ ਇਹ ਵਾਪਸ ਇਸ ਸਿਸਟਮ ਕੋਲ ਨਹੀਂ ਜਾਂਦਾ ਇਲੈਕਟ੍ਰੋਨ, ਕਿਉਂਕਿ ਜਦੋਂ ਇੱਥੇ ਇਲੈਕਟ੍ਰੋਨ ਜੰਪ ਕੀਤਾ ਸੀਗਾ ਤਾਂ ਉਹਦੀ ਜੇ ਪਿਛਲੇ ਸਾਈਕਲਿਕ ਦੇ ਵਿੱਚ ਇਹਦੀ ਜਗ੍ਹਾ ਖਾਲੀ ਪਈ ਸੀ, ਇੱਥੇ ਕੋਈ ਜੁੜਿਆ ਨਹੀਂ ਸੀਗਾ। ਪਰ ਜਦੋਂ ਇਹਦੇ ਵਿੱਚ ਫੋਟੋਲਿਸਿਸ ਆਫ ਵਾਟਰ ਹੁੰਦਾ ਤਾਂ ਜਿਹੜੇ ਇੱਥੇ ਇਲੈਕਟ੍ਰੋਨਸ ਨਿਕਲਦੇ ਆ ਉਹ ਇਲੈਕਟ੍ਰੋਨਸ ਇਹਦੀ ਜਗ੍ਹਾ ਇੱਥੇ ਲੈ ਲੈਂਦੇ ਆ। ਤਾਂ ਜੇ 4 ਇਲੈਕਟ੍ਰੋਨਸ ਨਿਕਲੇ ਜਾਂ 2 ਇਲੈਕਟ੍ਰੋਨਸ ਨਿਕਲੇ ਤਾਂ 2 ਇਲੈਕਟ੍ਰੋਨਸ ਇੱਥੇ ਜਾ ਕੇ ਜੁੜ ਜਾਂਦੇ ਆ, ਤਾਂ ਕਰਕੇ ਜਗ੍ਹਾ ਖਾਲੀ ਨਹੀਂ ਬਚਦੀ ਹੈਗੀ। ਤਾਂ ਫਿਰ ਇਹ ਇਲੈਕਟ੍ਰੋਨ ਜਿਹੜੇ ਆ ਫੋਟੋ ਸਿਸਟਮ 1 ਕੋਲ ਚਲ ਜਾਂਦੇ ਆ। ਹੁਣ ਕਿੱਦਾਂ ਫੋਟੋ ਸਿਸਟਮ 1 ਕੋਲ ਜਾਂਦੇ ਆ? ਫੋਟੋ ਸਿਸਟਮ 1 ਵੀ ਲਾਈਟ ਐਬਜ਼ੌਰਬ ਕਰੂਗਾ, ਸਨਲਾਈਟ ਤਾਂ ਇਹਨੂੰ ਵੀ ਮਿਲਣੀ ਆ। ਤੇ ਜਦੋਂ ਸਨਲਾਈਟ ਇਹਦੇ ਵਿੱਚ ਆਉਂਦੀ ਆ ਤਾਂ ਇਹਦੇ ਆਪਣੇ ਜਿਹੜੇ ਇਲੈਕਟ੍ਰੋਨਸ ਆ ਉਹ ਵੀ ਜ਼ਿਆਦਾ એનર્ਜੀ ਲੈ ਕੇ ਜ਼ਿਆਦਾ ਖੁਸ਼ੀ ਦੇ ਵਿੱਚ ਇਲੈਕਟ੍ਰੋਨ ਜਿਹੜੇ ਜੰਪ ਕਰ ਜਾਂਦੇ ਆ, ਐਕਸਾਈਟਿਡ ਸਟੇਟ 'ਚ ਪਹੁੰਚ ਜਾਂਦੇ ਆ। ਤਾਂ ਇੱਥੇ FRS ਇਲੈਕਟ੍ਰੋਨ ਅਸੈਪਟਰ ਇਹਦੇ ਇਲੈਕਟ੍ਰੋਨ ਅਸੈਪਟ ਕਰਦਾ ਆ, ਉਹ ਇਲੈਕਟ੍ਰੋਨ ਫਿਰ ਫੈਰੇਡੋਕਸਿਨ ਜਿਹੜਾ ਆ ਅੱਗੇ ਮੂਵ ਕਰ ਦਿੰਦੇ ਆ। ਤੇ ਇਨ ਦਾ ਮੀਨ ਟਾਈਮ ਫੈਰੇਡੋਕਸਿਨ ਜਿਹੜੇ ਆ 2NADP ਪਲੱਸ ਤੇ ਆ ਇੱਧਰੋਂ ਹਾਈਡਰੋਜਨ ਆਇਨ ਲੈ ਕੇ ਜਿਹੜੇ ਵਾਟਰ ਦੇ ਟੁੱਟਣ ਨਾਲ ਸੀਗੇ ਮਿਲੇ ਸੀਗੇ, ਉਹਨਾਂ ਜੁੜ ਕੇ ਰਿਡਿਊਸਿੰਗ ਏਜੰਟ NADPH2 ਬਣਾ ਲੈਂਦਾ ਆ। ਤਾਂ ਇਹਦੀ ਖਾਲੀ ਜਗ੍ਹਾ ਜਿਹੜੀ ਹੋਈ ਸੀ ਇੱਥੇ ਆਹ ਵਾਲੇ ਇਲੈਕਟ੍ਰੋਨਸ ਆ ਕੇ ਜੁੜ ਜਾਂਦੇ ਆ, ਤਾਂ ਉਹ ਇਲੈਕਟ੍ਰੋਨ ਉੱਥੇ ਵੀ ਜਗ੍ਹਾ ਭਰ ਜਾਂਦੀ ਹੈ ਉਹਨਾਂ ਦੀ, ਤਾਂ ਇੱਥੇ ਇਹ ਭਰ ਲੈਂਦੇ ਆ, ਇਸ ਕਰਕੇ ਵਾਪਸ ਨਹੀਂ ਜਾ ਪਾਉਂਦੇ। ਤਾਂ ਕਰਕੇ ਇਹ ਨੌਨ ਸਾਈਕਲਿਕ ਮਤਲਬ ਸਾਈਕਲ ਕੰਪਲੀਟ ਨਹੀਂ ਹੁੰਦਾ। ਜਿੱਥੋਂ ਇਲੈਕਟ੍ਰੋਨਸ ਨਿਕਲਦੇ ਸੀਗੇ ਉਹਦੀ ਬਜਾਏ ਦੂਸਰੇ ਫੋਟੋ ਸਿਸਟਮ 'ਚ ਇਲੈਕਟ੍ਰੋਨ ਉਹ ਵਾਲੇ ਜਾ ਕੇ ਜਮ੍ਹਾਂ ਹੋ ਜਾਂਦੇ ਆ, ਤਾਂ ਇਹਨੂੰ ਆਪਾਂ ਕਹਿੰਦੇ ਆ ਨੌਨ ਸਾਈਕਲਿਕ ਫੋਟੋ ਫਾਸਫੋਰੀਲੇਸ਼ਨ। ਹੁਣ ਇਹ ਜਿਹੜਾ ਸਾਈਕਲ ਆ ਦੋਨੋਂ ਫੋਟੋ ਸਿਸਟਮਸ ਦੇ ਵਿੱਚ ਹੁੰਦਾ ਆ। ਡਿਫਰੈਂਸ ਤਾਂ ਆਪਾਂ ਦੇਖ ਹੀ ਲਿਆ ਕਿ ਇਹਦੇ ਵਿੱਚ ਆਕਸੀਜਨ ਇਵੋਲਿਊਸ਼ਨ ਵੀ ਹੁੰਦਾ ਕਿਉਂਕਿ ਪਾਣੀ ਟੁੱਟਦਾ ਆ, ਫੋਟੋਲਿਸਿਸ ਆਫ ਵਾਟਰ ਵੀ ਹੁੰਦਾ, ATP ਵੀ ਬਣਦਾ, ਰਿਡਿਊਸਿੰਗ ਏਜੰਟ ਵੀ ਬਣਦਾ ਆ। ਹੁਣ ਜੇ ਧਿਆਨ ਨਾਲ ਤੁਸੀਂ ਇਹਦਾ ਡਾਇਗਰਾਮ ਦੇਖੋ ਤਾਂ ਬੇਟਾ ਇਹ Z ਸ਼ੇਪ ਤੁਹਾਨੂੰ ਦੇਖੋਗਾ, ਇੱਦਾਂ ਤਾਂ N ਦਿਖਦਾ ਹੈ ਪਰ ਟੇਢਾ ਕਰਕੇ ਜੇ ਤੁਸੀਂ ਦੇਖੋਗੇ ਤਾਂ ਇਹ Z ਸ਼ੇਪ ਇਸ ਤਰ੍ਹਾਂ Z ਸ਼ੇਪ ਦਿਖੂਗਾ, ਤਾਂ ਇਹਨੂੰ Z ਸਕੀਮ ਵੀ ਕਹਿੰਦੇ ਆ, ਇਹ ਖਾਸ ਧਿਆਨ ਰੱਖਣਾ। Z ਸਕੀਮ ਕਹਿੰਦੇ ਆ। ਤੇ ਦੂਸਰੀ ਗੱਲ ਇਹ ਜਿਹੜਾ ਆ ਕਹਿ ਲਓ ਕਿ ਬਾਇਓਕੈਮੀਕਲ ਫੇਸ ਵੀ ਹੈਗਾ, ਇਹ ਬਾਇਓਸਿੰਥੈਟਿਕ ਫੇਸ ਵੀ ਇਹਨੂੰ ਅਸੀਂ ਕਹਿੰਦੇ ਆ। ਤਾਂ ਇਹ ਸੀਗੇ ਸਾਈਕਲਿਕ ਤੇ ਨੌਨ ਸਾਈਕਲਿਕ ਫਾਸਫੋਰੀਲੇਸ਼ਨ। ਹੁਣ ਜੇ ਗੱਲ ਕਰੀਏ ਕਿ ਇਹਨਾਂ ਦੋਨਾਂ 'ਚੋਂ ਐਫੀਸ਼ੀਐਂਟ ਕਿਹੜਾ ਸਾਈਕਲ ਹੈ, ਤਾਂ ਐਫੀਸ਼ੀਐਂਟ ਬੇਟਾ ਨੌਨ ਸਾਈਕਲਿਕ ਫੋਟੋਫਾਸਫੋਰੀਲੇਸ਼ਨ, ਕਿਉਂਕਿ ਦੇਖੋ ਨੌਨ ਸਾਈਕਲਿਕ ਨੇ ਇੱਕ ਤਰ੍ਹਾਂ ਦਾ ਪੂਰਾ ਲਾਈਟ ਰਿਐਕਸ਼ਨ ਜਿਹੜਾ ਕੰਪਲੀਟ ਕਰਤਾ। ਅਸੀਂ ਲਾਈਟ ਰਿਐਕਸ਼ਨ 'ਚ ਪੜ੍ਹਿਆ ਸੀਗਾ ਕਿ ਐਕਸਾਈਟੇਸ਼ਨ ਆਫ ਕਲੋਰੋਫਿਲ ਤਾਂ ਉਹ ਵੀ ਹੋ ਰਹੀ ਆ, ਆਕਸੀਜਨ ਇਵੋਲਿਊਸ਼ਨ ਤਾਂ ਉਹ ਵੀ ਹੋ ਰਹੀ ਆ, ਹੈ ਨਾ। ਇਲੈਕਟ੍ਰੋਨਸ ਦੀ ਮੂਵਮੈਂਟ ਇਲੈਕਟ੍ਰੋਨ ਟਰਾਂਸਪੋਰਟ ਚੇਨ ਵਾਂਗ ਉਹ ਵੀ ਹੋ ਰਹੀ ਆ। ਫੋਟੋ ਸਿਸਟਮ 1 ਔਰ 2 ਦੀ ਗੱਲ ਕੀਤੀ ਸੀ ਉਦੋਂ ਸਟਾਰਟਿੰਗ ਦੇ ਵਿੱਚ ਕਿ ਇਹਦੇ ਵਿੱਚ ਕੁਛ ਮੋਲੀਕੂਲਰ ਕੰਪਲੈਕਸਿਸ ਹੁੰਦੇ ਆ 1 2, ਉਹ ਵੀ ਇਹ 'ਚ ਆ ਗਏ ਆ। ਦੋਨਾਂ 'ਚ ਇਲੈਕਟ੍ਰੋਨਸ ਜਿਹੜੇ ਆ ਉਹ ਨਿਕਲਦੇ ਵੜਦੇ ਇਕੱਠੇ ਹੁੰਦੇ ਆ, ਤੇ ATP ਵੀ ਬਣਦਾ, ਰਿਡਿਊਸਿੰਗ ਏਜੰਟ ਵੀ ਬਣਦਾ। ਤਾਂ ਇਹ ਡਿਫਰੈਂਸ ਵੀ ਹੋ ਗਿਆ। ਜੇ ਤੁਹਾਨੂੰ ਪੁੱਛਿਆ ਕਿ ਵਿਚ ਸਾਈਕਲ ਇਜ਼ ਐਫੀਸ਼ੀਐਂਟ ਤਾਂ ਤੁਸੀਂ ਇਹ 'ਚ ਵੀ ਇਹੀ ਪੁਆਇੰਟਸ ਲਿਖ ਸਕਦੇ ਆ। ਸਾਈਕਲ ਤਕਰੀਬਨ ਸੇਮ ਹੀ ਆ, ਬਸ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਫੋਟੋ ਸਿਸਟਮ 1 ਔਰ 2 ਤੋਂ ਇਲੈਕਟ੍ਰੋਨਸ ਜਿਹੜੇ ਉਹ ਐਕਸਾਈਟਿਡ ਗਰਾਊਂਡ ਸਟੇਟ ਤੋਂ ਐਕਸਾਈਟਿਡ ਸਟੇਟ 'ਚ ਪਹੁੰਚਣੇ ਆ, ਤੇ ਉਹ ਇਲੈਕਟ੍ਰੋਨਸ ਕੈਰੀਅਰਸ ਨੇ। ਹੁਣ ਕੈਰੀਅਰਸ ਕਿਹੜੇ ਆ, ਪਹਿਲਾਂ ਉਹਨਾਂ ਨੂੰ ਕੋਈ ਅਸੈਪਟ ਕਰੂਗਾ, ਉਹ ਹੁੰਦੇ ਆ ਪ੍ਰਾਇਮਰੀ ਇਲੈਕਟ੍ਰੋਨ ਅਸੈਪਟਰ FRS ਵਗੈਰਾ। ਫਿਰ ਇਹਨਾਂ ਨੂੰ ਇਲੈਕਟ੍ਰੋਨਸ ਨੂੰ ਮੋਬਾਈਲ ਕੈਰੀਅਰਸ ਅੱਗੇ ਅੱਗੇ ਭੇਜਦੇ ਆ, ਜਿਵੇਂ ਕਿਊਨੋਨ ਹੋ ਗਿਆ, ਪਲਾਸਟੋਕਿਊਨੋਨ ਹੋ ਗਿਆ, ਪਲਾਸਟੋਸਾਈਨਿਨ ਹੋ ਗਏ, ਤੇ ਸਾਈਟੋਕ੍ਰੋਮ B6F ਕੰਪਲੈਕਸ ਜਿਹੜਾ ਆ ਉਹ ਇਲੈਕਟ੍ਰੋਨ ਵੀ ਲੈ ਲੈਂਦਾ ਆ। ਤੇ ਜਿਹੜੀ એનર્ਜੀ ਲੂਜ਼ ਹੁੰਦੀ ਆ ਇਲੈਕਟ੍ਰੋਨ ਦੇ ਜੰਪ ਕਰਨ ਨਾਲ, ਐਕਸਾਈਟ ਕਰਨ ਨਾਲ, ਉਹ એનર્ਜੀ
ADP ਨੂੰ ਦਿੰਦਾ। ADP ਉਸ ਐਨਰਜੀ ਨਾਲ ਇਨਆਰਗੈਨਿਕ ਫਾਸਫੇਟ ਆਪਣੇ ਨਾਲ ਜੋੜਦਾ ਅਤੇ ATP ਬਣਾ ਲੈਂਦਾ ਆ। ਅਤੇ ਇੱਧਰੋਂ ਉਸ ਜਿਹੜਾ ਵਾਟਰ ਦੇ ਟੁੱਟਣ ਨਾਲ ਹਾਈਡਰੋਜਨ ਨਿਕਲਦਾ ਆ, NADP ਪਲੱਸ ਹਾਈਡਰੋਜਨ ਉਸ ਆਇਨ ਨਾਲ ਜੁੜ ਕੇ NADPH2 ਬਣਾ ਲੈਂਦਾ, ਰਿਡਿਊਸਿੰਗ ਏਜੰਟ ਬਣਾ ਲੈਂਦਾ ਹੈ। ਇਹ ਸੀਗਾ ਸਾਡਾ ਨੋਨ ਸਾਈਕਲਿਕ ਫੋਟੋਫਾਸਫੋਰੀਲੇਸ਼ਨ। ਇਹ ਸੀਗੇ ਐਕਚੁਅਲੀ 'ਚ ਤਾਂ ਲਾਈਟ ਰਿਐਕਸ਼ਨ ਆਫ ਦਾ ਫੋਟੋਸਿੰਥੇਸਿਸ। ਤਾਂ ਹੁਣ ਬੇਟਾ ਆਪਾਂ ਕਰਾਂਗੇ ਡਾਰਕ ਰਿਐਕਸ਼ਨ, ਇਸ ਤੋਂ ਬਾਅਦ 'ਚ ਕਰਨੀ ਆ ਅਸੀਂ। ਤਾਂ ਸਾਈਕਲਿਕ ਦਾ ਜੇ ਲਿਖਣਾ ਹੋਵੇ ਤਾਂ ਤੁਸੀਂ ਲਿਖ ਸਕਦੇ ਆ ਆਰਾਮ ਨਾਲ, ਹੈ ਨਾ। ਇਹ ਹੀ ਲਿਖਣਾ ਕਿ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਇਲੈਕਟ੍ਰੋਨ ਆ ਉਹ ਐਕਸਪੈਲਡ ਕਰਦਾ ਆ। ਸਾਈਕਲਿਕ 'ਚ ਲਿਖਦੇ ਹੋ ਕਿ ਆਪਣੀ ਜਗ੍ਹਾ 'ਤੇ ਫੋਟੋ ਸਿਸਟਮ ਦੇ ਕੋਲ ਵਾਪਸ ਪਹੁੰਚ ਜਾਂਦਾ ਇਲੈਕਟ੍ਰੋਨ। ਨੋਨ ਸਾਈਕਲਿਕ 'ਚ ਲਿਖਦੇ ਹੋ ਕਿ ਵਾਪਸ ਨਹੀਂ ਪਹੁੰਚਦਾ ਹੈਗਾ, ਦੂਸਰੇ ਫੋਟੋ ਸਿਸਟਮ ਕੋਲ ਪਹੁੰਚ ਜਾਂਦਾ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਦੈਨ ਗੁੱਡ ਬਾਏ ਬੇਟਾ।